ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਅਕਾਲ ਪੁਰਖ ਮਹਾਰਾਜ ਜੀਆਂ ਨੇ ਰਹਿਮਤ ਕੀਤੀ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਪੜ੍ਹਨ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਮਹਾਰਾਜ ਜਿਸ ਵੀ ਪ੍ਰਾਨੀ 'ਤੇ ਕਿਰਪਾ ਕਰਦੇ ਨੇ, ਉਹਨਾਂ ਪ੍ਰਾਨੀਆਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੋ ਬੋਲ ਨੇ, ਉਹ ਤਕਰੀਬਨ ਮਨੁੱਖ ਨਿੱਤ ਹੀ ਸਰਵਣ ਕਰ ਰਿਹਾ ਹੈ। ਪਰਮੇਸ਼ਰ ਦੇ ਇਹਨਾਂ ਬੋਲਾਂ ਦੇ ਵਿੱਚ ਨਿੱਤ ਨਵੇਂ ਤੋਂ ਨਵਾਂ ਗਿਆਨ ਮਨੁੱਖ ਦੀ ਝੋਲੀ ਦੇ ਵਿੱਚ ਪੈਂਦਾ ਹੈ। ਅਗਰਵਾਈਜ਼ ਜੇ ਇਹ ਮਨੁੱਖ ਆਪਣੀਆਂ ਮੰਗਾਂ ਨੂੰ ਇੱਕ ਪਾਸੇ ਲਾਂਭੇ ਕਰਕੇ ਪਰਮੇਸ਼ਰ ਦੇ ਸ਼ਬਦ ਨੂੰ ਸੁਣੇ ਤਾਂ, ਕਿਉਂਕਿ ਮਨੁੱਖ ਇਹ ਪਰਮੇਸ਼ਰ ਤੋਂ ਕੁਝ ਨਾ ਕੁਝ ਮੰਗਦਾ ਰਹਿੰਦਾ ਹੈ। ਇਹਦੀ ਮੰਗ ਹੈ ਔਰ ਇਹਦੀ ਕੋਈ ਨਵੀਂ ਮੰਗ ਨਹੀਂ ਹੈ। ਮੰਗਾਂ ਸਾਰੀਆਂ ਪੁਰਾਣੀਆਂ ਨੇ। ਔਰ ਇਹੀ ਮੰਗਾਂ ਲੰਮੇ ਸਮੇਂ ਤੋਂ ਲੈ ਕੇ ਚੱਲੀਆਂ ਆ ਰਹੀਆਂ ਨੇ। ਮੰਗ ਮੰਗੀ ਹੈ ਇੱਕ, ਉਹ ਪੂਰੀ ਹੋ ਗਈ। ਇਹ ਮੰਗ ਕਈ ਮੰਗਾਂ ਨੂੰ ਜਨਮ ਦੇ ਜਾਂਦੀ ਹੈ। ਜਿਵੇਂ ਮਨੁੱਖ ਹੈ, ਮਨੁੱਖ ਜਿਸ ਦਿਨ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਦਾ ਹੈ, ਉਸ ਤੋਂ ਪਹਿਲਾਂ ਕਈ ਚੀਜ਼ਾਂ ਨੂੰ ਜਨਮ ਦੇ ਜਾਂਦਾ ਹੈ। ਆਪਣੀ ਅੰਸ ਮੰਸ ਨੂੰ ਜਨਮ ਦੇ ਜਾਂਦਾ ਹੈ। ਵੱਡਾ ਪਰਿਵਾਰ ਉਸ ਦਾ ਬਣ ਜਾਂਦਾ ਹੈ। ਇੱਕ ਮੰਗ ਪਰਮੇਸ਼ਰ ਤੱਕ ਪਹੁੰਚਦੀ ਪਹੁੰਚਦੀ ਕਈ ਮੰਗਾਂ ਨੂੰ ਜਨਮ ਦੇ ਜਾਂਦੀ ਹੈ। ਤੇ ਮੰਗਾਂ ਮਨੁੱਖ ਦੀਆਂ ਕੋਈ ਨਵੀਆਂ ਨਹੀਂ ਹੈ। ਉਹੀ ਮੰਗਾਂ ਨੇ ਜਿਹੜੀਆਂ ਆਦਿ ਕਾਲ ਤੋਂ ਲੈ ਕੇ ਮੰਗਦਾ ਆ ਰਿਹਾ ਹੈ। ਬਹੁਤੇ ਮਨੁੱਖ ਤੇ ਐਸੇ ਵੀ ਨੇ ਕਿ ਜਿਹੜੇ ਮਨੁੱਖ ਇੱਕ ਮੰਗ ਨੂੰ ਕਰੋੜਾਂ ਵਾਰੀ ਪਰਮੇਸ਼ਰ ਦੇ ਚਰਨਾਂ ਵਿੱਚੋਂ ਮੰਗਦੇ ਨੇ। ਵਾਰੀ ਵਾਰੀ ਇੱਕੋ ਹੀ ਮੰਗ ਮੰਗਣੀ ਹੈ। ਤਾਂ ਫਿਰ ਸਾਰੀ ਜ਼ਿੰਦਗੀ ਇਹ ਕੁਛ ਨਾ ਕੁਛ ਪਰਮਾਤਮਾ ਤੋਂ ਮੰਗਦਾ ਹੀ ਰਹਿੰਦਾ ਹੈ, ਪਰਮਾਤਮਾ ਨੂੰ ਮੰਨਦਾ ਨਹੀਂ ਹੈ। ਜਿਸ ਦਿਨ ਮਨੁੱਖ ਦੀ ਮੰਗ ਇੱਕ ਪਾਸੇ ਹੋ ਗਈ, ਮਨੁੱਖ ਦੀ ਮੰਗ ਜਿਹੜੀ ਹੈ ਮੁੱਕ ਗਈ, ਉਸੇ ਦਿਨ ਹੀ ਗੁਰੂ ਦਾ ਸ਼ਬਦ ਨਿੱਤ ਨਵੇਂ ਤੋਂ ਨਵਾਂ ਗਿਆਨ ਮਨੁੱਖ ਨੂੰ ਬਖਸ਼ਿਸ਼ ਕਰਦਾ ਹੈ। ਪਰ ਜਿੱਥੇ ਬਹੁਤਾ ਨੇਹੋ ਹੋਵੇ, ਉੱਥੇ ਮੰਗ ਮੰਗੀ ਜਾ ਸਕਦੀ ਹੈ। ਪਰ ਇੰਝ ਨਾ ਹੋਵੇ ਕਿ ਸਾਰੀ ਜ਼ਿੰਦਗੀ ਮੰਗਾਂ ਮੰਗਦੇ ਹੀ ਰਹਿ ਜਾਈਏ। ਗੁਰੂ ਦਾ ਇਹ ਜੋ ਸ਼ਬਦ ਹੈ, ਇਹ ਨਿੱਤ ਨਵੇਂ ਤੋਂ ਨਵਾਂ ਗਿਆਨ ਮਨੁੱਖਤਾ ਦੀ ਝੋਲੀ ਦੇ ਵਿੱਚ ਪਾ ਰਿਹਾ ਹੈ। ਪਰ ਸਿਰਫ ਤੇ ਸਿਰਫ ਮਨੁੱਖ ਨੂੰ ਗੁਰੂ ਦੇ ਸ਼ਬਦ ਦੇ ਨਾਲ ਮਿਲਾਪ ਕਰਨਾ ਆਉਂਦਾ ਹੋਵੇ। ਮਿਲਾਪ ਤੋਂ ਬਿਨਾਂ
ਕਰਾਮਾਤ ਦਿਖਾਉਣ ਤੋਂ ਪਹਿਲਾਂ ਸੰਸਾਰ ਦੇ ਵਿੱਚ, ਧਾਰਮਿਕ ਦੁਨੀਆ ਦੇ ਵਿੱਚ ਮੁਲਾਕਾਤ ਨੂੰ ਵੱਡੀ ਮੰਨਿਆ ਗਿਆ। ਕਰਾਮਾਤ ਦਿਖਾਉਣੀ ਕਹਿਰ ਦਾ ਨਾਮ ਹੈ, ਪਰ ਇਹ ਕਰਾਮਾਤ ਉਦੋਂ ਕਹਿਰ ਦਾ ਨਾਮ ਬਣ ਜਾਂਦੀ ਹੈ ਜਦੋਂ ਬਿਨਾਂ ਮੁਲਾਕਾਤ ਤੋਂ ਵਰਤਾਈ ਜਾਵੇ। ਸਿੱਖ ਜਗਤ ਦੇ ਅੰਦਰ ਮੁਲਾਕਾਤ ਨੂੰ ਹੀ ਵੱਡੀ ਮੰਨਿਆ ਗਿਆ ਹੈ, ਕਰਾਮਾਤ ਨੂੰ ਵੱਡੀ ਨਹੀਂ ਮੰਨਿਆ ਗਿਆ। ਕਰਾਮਾਤ ਦਿਖਾਉਣੀ, ਆਪਣੀ ਪਾਵਰ ਦਿਖਾਉਣੀ, ਆਪਣੀ ਪਾਵਰ ਦਾ ਇਸਤੇਮਾਲ ਕਰਨਾ ਤੇ ਕਿਸੇ ਦੇ ਉੱਪਰ ਹੈਵੀ ਹੋ ਜਾਣਾ, ਇਸ ਨੂੰ ਕਹਿੰਦੇ ਨੇ ਕਰਾਮਾਤ ਦਿਖਾਉਣੀ। ਆਮ ਇਹ ਕਰਾਮਾਤਾਂ ਦੁਨੀਆ ਧਾਰਮਿਕ ਸਥਾਨਾਂ 'ਤੇ ਬਹੁਤ ਦਿਖਾਉਂਦੀ ਹੈ, ਭਲਕੇ ਧਾਰਮਿਕ ਸਥਾਨਾਂ 'ਤੇ ਕਹਿਰ ਦਾ ਨਾਮ ਇਹਨੂੰ ਦਿੱਤਾ ਗਿਆ ਹੈ। ਧਾਰਮਿਕ ਸਥਾਨਾਂ 'ਤੇ ਮੁਲਾਕਾਤ ਵੱਡੀ ਮੰਨੀ ਗਈ ਹੈ। ਮੁਲਾਕਾਤ ਦੇ ਵਿੱਚ ਕੀ ਪ੍ਰਾਪਤ ਹੋਇਆ ਹੈ? ਭਗਵਾਨ ਕ੍ਰਿਸ਼ਨ ਜੀ ਅਤੇ ਸੁਦਾਮਾ ਇਹ ਦੋਨੇ ਆਪਸ ਵਿੱਚ ਦੀ ਬਚਪਨ ਦੇ ਮਿੱਤਰ ਸਨ। ਬਚਪਨ ਦੀ ਮਿੱਤਰਤਾ ਜਦ ਸਕੂਲੀ ਵਿੱਦਿਆ ਪੜ੍ਹਦੇ ਰਹੇ ਤੇ ਸਕੂਲੀ ਵਿੱਦਿਆ ਦੇ ਵਿੱਚ ਸੁਦਾਮਾ ਜਿਹੜਾ ਸੀ ਭਗਵਾਨ ਕ੍ਰਿਸ਼ਨ ਜੀਆਂ ਤੋਂ ਵਿੱਦਿਆ ਦੇ ਵਿੱਚ ਅੱਗੇ ਸੀ, ਪੜ੍ਹਦੇ ਦੋਨੇ ਇਕੱਠੇ ਸਨ। ਪਰ ਸੁਦਾਮਾ ਸਕੂਲੀ ਵਿੱਦਿਆ ਦੇ ਮਾਮਲੇ ਦੇ ਵਿੱਚ ਕ੍ਰਿਸ਼ਨ ਜੀਆਂ ਨੂੰ ਪੜ੍ਹਾਉਣ ਦੇ ਵਿੱਚ ਰੁਚੀ ਰੱਖਦਾ ਸੀ। ਭਗਵਾਨ ਕ੍ਰਿਸ਼ਨ ਜੀ ਸੁਦਾਮੇ ਤੋਂ ਪੜ੍ਹਦੇ ਸਨ। ਸਮਾਂ ਬਤੀਤ ਹੋਇਆ, ਇੱਕ ਤੇ ਦਵਾਰਕਾ ਦਾ ਰਾਜਾ ਬਣ ਗਿਆ, ਇੱਕ ਬਿਲਕੁਲ ਅਤੀ ਗਰੀਬ ਰਹਿ ਗਿਆ ਸੁਦਾਮਾ। ਸੁਦਾਮੇ ਨੇ ਜਦ ਘਰ ਦੇ ਵਿੱਚ ਭੋਜਨ ਪਾਣੀ ਵੀ ਬੰਦ ਹੋ ਗਿਆ, ਕਿਉਂਕਿ ਸੁਦਾਮੇ ਦੇ ਕੋਲ ਵਿੱਦਿਆ ਤੇ ਸੀ, ਪਰ ਘਰ ਦੇ ਵਿੱਚੋਂ ਗਰੀਬ ਹੋਣ ਕਾਰਨ ਕਰਕੇ ਉਹਨੂੰ ਕੋਈ ਕਥਾ ਵਾਸਤੇ ਨਾ ਲੈ ਕੇ ਜਾਇਆ ਕਰੇ, ਕਥਾ ਵਾਸਤੇ ਨਾ ਕੋਈ ਲੈ ਕੇ ਜਾਇਆ ਕਰੇ, ਕਿਉਂਕਿ ਜਿਹੜਾ ਮਨੁੱਖ ਘਰੋਂ ਗਰੀਬ ਹੈ ਉਹਦੀ ਕੋਈ ਕਥਾ ਸੁਣਨ ਵਾਸਤੇ ਵੀ ਤਿਆਰ ਨਹੀਂ ਹੁੰਦਾ। ਕਿਸੇ ਬੰਦੇ ਨੂੰ ਗੁਰਬਾਣੀ ਬਾਰੇ ਬਿਲਕੁਲ ਵੀ ਵਿਚਾਰਧਾਰਾ ਗੁਰਬਾਣੀ ਦੀ ਨਾ ਹੁੰਦੀ ਹੋਵੇ, ਥੋੜ੍ਹੀ ਮੋਟੀ ਆਉਂਦੀ ਹੋਵੇ, ਚੰਗੀਆਂ ਗੱਡੀਆਂ 'ਤੇ ਜੇ ਕੋਈ ਬਾਬਾ ਚੜ੍ਹ ਕੇ ਆ ਜੇ ਤੇ ਦੁਨੀਆ ਉਹਨਾਂ ਦੇ ਪੈਰਾਂ ਦੇ ਉੱਪਰ ਆਪਣਾ ਸਿਰ ਰੱਖਦੀ ਹੈ। ਕਮਾਲ ਦੀ ਗੱਲ ਹੈ। ਤੇ ਜੇ ਕੋਈ ਅਤੀ ਗਰੀਬ ਮਨੁੱਖ ਹੋਵੇ, ਭਾਵੇਂ ਉਹ ਕਿੰਨੀ ਵੀ ਡੂੰਘਾਈ ਦੀ ਕਥਾ ਇਤਿਹਾਸ ਦੀ ਗੁਰਬਾਣੀ ਦੀ ਕਰੇ, ਉਹਦੀ ਕੋਈ ਕਥਾ ਸੁਣਨ ਵਾਸਤੇ ਤਿਆਰ ਨਹੀਂ ਹੈ। ਗਰੀਬੀ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦਿੰਦੀ ਹੈ। ਗਰੀਬੀ ਕੋਈ ਇਹੀ ਨਹੀਂ ਹੈ ਕਿ ਇਕੱਲਾ ਮਨੁੱਖ ਨੂੰ ਭੋਜਨ ਪਾਣੀ ਨਹੀਂ ਮਿਲਿਆ, ਵਿਚਾਰਾ ਗਰੀਬ ਹੈ, ਨਹੀਂ। ਗਰੀਬ ਦੇ ਨਾਲ ਉਹਦੇ ਕੋਲ ਵਸਤਰ ਵੀ ਨਹੀਂ ਹੈ, ਉਹਦੇ ਕੋਲ ਘਰ ਮਕਾਨ ਵੀ ਨਹੀਂ ਹੈ। ਗਰੀਬੀ ਇੱਕ ਚੀਜ਼ ਨੂੰ ਜਨਮ ਦਿੰਦੀ ਹੈ, ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦਿੰਦੀ ਹੈ। ਉਹਦੇ ਨਾਲ ਕੋਈ ਰਿਸ਼ਤਾ ਨਾਤਾ ਵੀ ਜੋੜਨਾ ਨਹੀਂ ਚਾਹੁੰਦਾ, ਉਹਦਾ ਕੋਈ ਮਿੱਤਰ ਵੀ ਨਹੀਂ ਬਣਦਾ, ਉਹਦੇ ਨਾਲ ਕੋਈ ਸੰਬੰਧ ਨਹੀਂ ਜੋੜਨੇ ਚਾਹੁੰਦਾ, ਉਹਨੂੰ ਕੋਈ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਤੇ ਉਹਦੇ ਕੋਈ ਨਾਲ ਨਹੀਂ ਰਹਿਣਾ ਚਾਹੁੰਦਾ। ਗਰੀਬੀ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦਿੰਦੀ ਹੈ। ਸੁਦਾਮੇ ਤੋਂ ਕੋਈ ਕਥਾ ਨਾ ਕਰਾਇਆ ਕਰੇ। ਜਦ ਲੋਕੀ ਕਥਾ ਵੀ ਕਰਾਉਣੋਂ ਬੰਦ ਕਰ ਦਿੱਤੀ ਲੋਕਾਂ ਨੇ, ਤੇ ਫਿਰ ਇਹ ਅਤੀ ਗਰੀਬ ਹੋ ਗਿਆ। ਇੱਕ ਡੰਗ ਦਾ ਭੋਜਨ ਬਣਦਾ ਤੇ ਦੂਸਰੇ ਦਾ ਨਹੀਂ ਬਣਦਾ। ਪਰਿਵਾਰ ਭੋਜਨ ਤੋਂ ਬਿਨਾਂ ਰਹਿਣ ਲੱਗਿਆ। ਘਰ ਵਾਲੀ ਕਹਿਣ ਲੱਗੀ, ਕਹਿੰਦੇ ਸੁਦਾਮਾ ਜੀ, ਦਵਾਰਕਾ ਦੇ ਜਿਹੜੇ ਰਾਜੇ ਨੇ ਭਗਵਾਨ ਕ੍ਰਿਸ਼ਨ, ਉਹ ਤੇ ਤੁਹਾਡੇ ਮਿੱਤਰ ਨੇ, ਤੁਹਾਡੇ ਕਲਾਸਮੇਟ ਨੇ, ਤੇ ਤੁਸੀਂ ਉਹਨਾਂ ਦੇ ਕੋਲ ਚਲੇ ਜਾਓ, ਆਪਣੀ ਗਰੀਬੀ ਦੂਰ ਕਰ ਦੇਣਗੇ।
ਦੁਨੀਆ ਦੇ ਵਿੱਚ, ਇਤਿਹਾਸ ਦੇ ਵਿੱਚ ਭਾਵੇਂ ਕੋਈ ਰਾਜਾ ਮਹਾਰਾਜਾ ਬਣਿਆ, ਪਰ ਮਿੱਤਰਤਾ ਦਾ ਹਰ ਇੱਕ ਨੇ ਮਾਣ ਕੀਤਾ ਹੈ, ਹਰ ਇੱਕ ਨੇ ਮਾਣ ਕੀਤਾ ਹੈ। ਜਿਹੜੇ ਮਿੱਤਰ ਨਾਲ ਪੜ੍ਹਦੇ ਸਨ ਜਾਂ ਜਿਨ੍ਹਾਂ ਦੇ ਨਾਲ ਖੁਦ ਪੜ੍ਹੇ, ਹਰ ਇੱਕ ਮਨੁੱਖ ਮਿੱਤਰਤਾ ਦਾ ਮਾਣ ਕਰਦਾ ਹੈ, ਕਰਨਾ ਵੀ ਚਾਹੀਦਾ ਹੈ। ਸੁਦਾਮਾ ਜੀ ਕਹਿਣ ਲੱਗੇ ਭਗਵਾਨ ਨੇ, ਕਿੱਥੇ ਤੇ ਉਹ ਦਵਾਰਕਾ ਦੇ ਰਾਜੇ, ਕਿੱਥੇ ਮੈਂ ਅਤੀ ਗਰੀਬ। ਕਹਿਣ ਲੱਗੇ ਨਹੀਂ, ਤੁਸੀਂ ਇੱਕ ਵਾਰੀ ਤੁਸੀਂ ਮੇਰੇ ਕਹਿਣ 'ਤੇ ਕ੍ਰਿਸ਼ਨ ਨੂੰ, ਭਗਵਾਨ ਕ੍ਰਿਸ਼ਨ ਨੂੰ ਮਿਲਣ ਜਾਓ। ਉਹ ਕਹਿਣ ਲੱਗੇ ਠੀਕ ਹੈ, ਚਲੋ ਜੇ ਤੂੰ ਕਹਿੰਦੀ ਹੈ ਤਾਂ ਮੈਂ ਚਲਿਆ ਜਾਣਾ। ਚਲੇ ਗਏ, ਮਿਲਣ ਵਾਸਤੇ ਚਲੇ ਗਏ। ਜਦ ਜਿਹੜੇ ਬਾਹਰ ਸੰਤਰੀ ਖੜੇ ਸੀ, ਉਹਨਾਂ ਸੰਤਰੀਆਂ ਨੂੰ ਕਿਹਾ, ਕਹਿਣ ਲੱਗੇ ਜੀ ਮੈਂ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਆਏ ਹਾਂ। ਫਟੇ ਪੁਰਾਣੇ ਕੱਪੜੇ, ਸੰਤਰੀਆਂ ਨੇ ਉਹਨਾਂ ਦੇ ਪੈਰ ਦੇਖ ਕੇ ਅੰਦਾਜ਼ਾ ਲਾ ਲਿਆ ਵੀ ਜੁੱਤੀ ਤੇ ਬੰਦੇ ਨੇ ਕਦੇ ਪੈਰਾਂ 'ਚ ਪਾਈ ਨਹੀਂ। ਫਟੇ ਪੁਰਾਣੇ ਕੱਪੜੇ ਦੇਖ ਕੇ ਸੰਤਰੀ ਹੱਸ ਪਏ, ਕਹਿਣ ਲੱਗੇ ਤੇਰੇ ਵਰਗੇ ਤੇ ਪਤਾ ਨਹੀਂ ਕਿੰਨੇ ਕੁ ਭਗਵਾਨ ਕ੍ਰਿਸ਼ਨ ਨੂੰ ਮਿਲਣ ਆਉਂਦੇ ਨੇ, ਪਤਾ ਨਹੀਂ ਕਿੰਨੇ ਕੁ ਮਿਲਣ ਵਾਸਤੇ ਆਉਂਦੇ ਨੇ। ਜਿਹੜੇ ਰਸਤੇ ਆਇਆ ਤੂੰ ਵਾਪਸ ਉਸੇ ਰਸਤੇ ਚਲਿਆ ਜਾ। ਸੁਦਾਮਾ ਕਹਿਣ ਲੱਗਿਆ ਠੀਕ ਹੈ, ਤੁਸੀਂ ਮੇਰੀ ਗਰੀਬੀ 'ਤੇ ਹੱਸੇ ਹੋ, ਤੁਸੀਂ ਮੈਨੂੰ ਗਰੀਬ ਦੇਖ ਕੇ ਮੇਰਾ ਹਾਸਾ ਮਜ਼ਾਕ ਉਡਾ ਰਹੇ ਹੋ, ਮਸ਼ਕਰੀ ਕਰ ਰਹੇ ਹੋ ਤੁਸੀਂ ਮੈਨੂੰ, ਪਰ ਮੇਰਾ ਤੁਸੀਂ ਇੱਕ ਵਚਨ ਮੰਨ ਲਓ ਤੇ ਮੈਂ ਵਾਪਸ ਆਪਣੇ ਘਰ ਨੂੰ ਚਲਿਆ ਜਾਵਾਂਗਾ। ਇੱਕ ਵਚਨ। ਉਹ ਕਹਿਣ ਲੱਗੇ ਦੱਸ ਵੀ ਇਹਦਾ ਤੇਰਾ ਕਿਹੜਾ ਵਚਨ ਹੈ? ਕਹਿੰਦੇ ਤੁਸੀਂ ਭਗਵਾਨ ਕ੍ਰਿਸ਼ਨ ਨੂੰ ਜਾ ਕੇ ਇੱਕ ਵਾਰੀ ਕਹਿ ਦਿਓ ਕਿ ਤੁਹਾਨੂੰ ਸੁਦਾਮਾ ਮਿਲਣ ਵਾਸਤੇ ਆਇਆ, ਮੇਰਾ ਨਾਮ ਦੱਸ ਦਿਓ, ਇੰਨੇ ਕਾਫੀ ਹੈ। ਉਹਨਾਂ ਦੇ ਵਿੱਚ ਇੱਕ ਸਿਆਣਾ ਸੰਤਰੀ ਸੀ, ਕਿਉਂਕਿ ਠੱਠਾ ਮਸ਼ਕਰੀ ਕਰਨ ਵਾਲੇ ਬਥੇਰੇ ਹੁੰਦੇ ਨੇ, ਗਰੀਬੀ ਦਾ ਮਜ਼ਾਕ ਉਡਾਉਣ ਵਾਲੇ ਬਥੇਰੇ ਹੁੰਦੇ ਨੇ, ਪਰ ਕੋਈ ਜ਼ਰੂਰੀ ਨਹੀਂ ਹੈ ਵੀ ਸਾਰੀ ਪਾਗਲਾਂ ਦੀ ਟੋਲੀ ਹੋਵੇ, ਵਿੱਚ ਕੋਈ ਨਾ ਕੋਈ ਸਿਆਣਾ ਜ਼ਰੂਰ ਹੁੰਦਾ, ਇੱਕ ਅੱਧਾ, ਪਰ ਹੁੰਦਾ ਕੋਈ ਸਿਆਣਾ ਇੱਕ ਅੱਧਾ ਹੀ ਹੈ, ਬਹੁਤੇ ਸਿਆਣੇ ਨਹੀਂ ਹੁੰਦੇ। ਚਲੋ ਜੇ ਤੁਸੀਂ ਕਹਿੰਦੇ ਹੋ, ਤੇ ਇੱਕ ਸੰਤਰੀ ਕਹਿਣ ਲੱਗਿਆ ਮੈਂ ਤੁਹਾਡਾ ਨਾਮ ਭਗਵਾਨ ਕ੍ਰਿਸ਼ਨ ਜੀ ਨੂੰ ਦੱਸ ਦਿੰਦਾ, ਪਰ ਤੁਹਾਨੂੰ ਮਿਲਣਗੇ ਜਾਂ ਮਿਲਣਗੇ ਨਾ ਮਿਲਣਗੇ ਇਸ ਬਾਰੇ ਮੇਰੇ ਕੋਈ ਵਿਚਾਰ ਨਹੀਂ ਹੈ, ਇਹ ਅਗਾਹਾਂ ਭਗਵਾਨ ਕ੍ਰਿਸ਼ਨ ਜੀ ਦੀ ਮਰਜ਼ੀ ਰਹੇਗੀ ਵੀ ਤੁਹਾਨੂੰ ਮਿਲਦੇ ਨੇ ਕਿ ਨਹੀਂ ਮਿਲਦੇ। ਉਹ ਸੰਤਰੀ ਭਗਵਾਨ ਕ੍ਰਿਸ਼ਨ ਜੀ ਦੇ ਦਰਬਾਰ ਵਿੱਚ ਗਿਆ, ਦਰਬਾਰ ਵਿੱਚ ਜਾ ਕੇ ਕਹਿਣ ਲੱਗਿਆ ਭਗਵਾਨ ਤੁਹਾਨੂੰ ਇੱਕ ਮਨੁੱਖ ਮਿਲਣ ਵਾਸਤੇ ਆਇਆ ਹੈ। ਭਾਈ ਗੁਰਦਾਸ ਨੇ ਇਸ ਗੱਲ ਦਾ ਹਵਾਲਾ ਦਿੱਤਾ, ਤੁਹਾਨੂੰ ਇੱਕ ਮਨੁੱਖ ਮਿਲਣ ਵਾਸਤੇ ਆਇਆ ਹੈ। ਕਿਹੋ ਜਿਹਾ ਮਨੁੱਖ ਹੈ, ਕੌਣ ਹੈ, ਕਿੱਥੋਂ ਆਇਆ ਹੈ? ਕਹਿਣ ਲੱਗੇ ਫਟੇ ਪੁਰਾਣੇ ਉਹਨਾਂ ਦੇ ਵਸਤਰ ਨੇ, ਪੈਰ ਦੇਖ ਕੇ ਲੱਗਦਾ ਕਿ ਉਹਨੂੰ ਜੁੱਤੀ ਕਦੇ ਨਸੀਬ ਨਹੀਂ ਹੋਈ, ਅੱਤ ਦੀ ਗਰੀਬ ਮਨੁੱਖ ਹੈ, ਉਹਦੇ ਹੱਥ ਪੱਲੇ ਦੇ ਵਿੱਚ ਵੀ ਕੁਝ ਨਹੀਂ ਹੈ। ਉਹ ਕਹਿਣ ਲੱਗੇ ਚਲੋ ਤੁਸੀਂ ਸੰਤਰੀ ਜੀ ਜਾਓ, ਜੇ ਤੁਹਾਥੋਂ ਕੁਛ ਮੰਗਦਾ ਤੇ ਉਹਨੂੰ ਦੇ ਦਿਓ। ਕਹਿਣ ਲੱਗੇ ਭਗਵਾਨ ਹਜੇ ਇੱਕ ਗੱਲ ਦੱਸਣੀ ਬਾਕੀ ਹੈ, ਜਿਹੜੀ ਦੱਸਣ ਵਾਸਤੇ ਮੈਂ ਤੁਹਾਨੂੰ ਤੁਹਾਡੇ ਦਰਬਾਰ ਵਿੱਚ ਆਇਆ। ਉਹ ਕਿਹੜੀ ਗੱਲ ਹੈ?
ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ, ਇਹ ਜਿਹੜਾ ਫਟੇ ਪੁਰਾਣੇ ਕੱਪੜਿਆਂ ਵਾਲਾ ਮਨੁੱਖ ਖੜਾ ਹੈ, ਅਤੀ ਗਰੀਬ ਮਨੁੱਖ ਖੜਾ ਹੈ, ਉਹਨੇ ਇੱਕੋ ਹੀ ਗੱਲ ਕਹੀ ਹੈ ਕਿ ਭਗਵਾਨ ਕ੍ਰਿਸ਼ਨ ਨੂੰ ਜਾ ਕੇ ਕਹਿ ਦਿਓ ਕਿ ਤੁਹਾਨੂੰ ਸੁਦਾਮਾ ਮਿਲਣ ਵਾਸਤੇ ਆਇਆ ਹੈ। ਉਹਦਾ ਨਾਮ ਸੁਦਾਮਾ ਹੈ। ਜਦ ਸੁਦਾਮੇ ਦਾ ਨਾਮ ਲੈਤਾ, ਉਸ ਵਕਤ ਜਿਹੜੀ ਬਚਪਨ ਦੀ ਮਿੱਤਰਤਾ ਸੀ ਜਾਗੀ ਤੇ ਭਗਵਾਨ ਕ੍ਰਿਸ਼ਨ ਜੀ ਆਪਣੇ ਸਿੰਘਾਸਨ ਤੋਂ ਖੜੇ ਹੋ ਗਏ। ਸਿੰਘਾਸਨ ਤੋਂ ਖੜੇ ਹੋ ਗਏ। ਐ ਸੰਤਰੀ, ਸੁਦਾਮਾ ਮਿਲਣ ਵਾਸਤੇ ਆਇਆ ਮੈਨੂੰ? ਸਾਰੇ ਦਵਾਰ ਵਾਲੇ ਹੈਰਾਨ ਰਹਿ ਗਏ ਕਿ ਸੁਦਾਮੇ ਦਾ ਨਾਮ ਸੁਣ ਕੇ, ਫਟੇ ਪੁਰਾਣੇ ਕੱਪੜੇ ਨੇ, ਜੁੱਤੀ ਕਦੇ ਪਾਈ ਨਹੀਂ, ਅੱਤ ਦਾ ਗਰੀਬ ਮਨੁੱਖ ਹੈ, ਉਹਦਾ ਨਾਮ ਲੈਤਾ ਤੇ ਭਗਵਾਨ ਕ੍ਰਿਸ਼ਨ ਨੇ ਆਪਣਾ ਸਿੰਘਾਸਨ ਛੱਡ ਦਿੱਤਾ। ਭਗਵਾਨ ਕ੍ਰਿਸ਼ਨ ਜੀਆਂ ਨੇ ਥੋੜਾ ਸਿੰਘਾਸਨ ਛੱਡ ਕੇ ਦੂਰ ਹੋ ਕੇ ਦੇਖਿਆ ਕਿ ਉਹੀ ਫਟੇ ਪੁਰਾਣਿਆਂ ਦੇ ਵਸਤਰਾਂ ਦੇ ਵਿੱਚ ਖੜਾ ਕੌਣ ਹੈ? ਭਾਈ ਸੁਦਾਮਾ। ਭਗਵਾਨ ਕ੍ਰਿਸ਼ਨ ਜੀ ਚਲੇ ਗਏ। ਭਗਵਾਨ ਕ੍ਰਿਸ਼ਨ ਨੇ ਜਾਣ ਸਾਰ ਪਹਿਲਾਂ ਡੰਡੌਤ ਵੰਦਨਾ ਸੁਦਾਮੇ ਨੂੰ ਕੀਤੀ ਹੈ। ਕਿਉਂ ਕੀਤੀ? ਕਿ ਸੁਦਾਮਿਆ, ਮੇਰੇ ਬਚਪਨ ਦੇ ਉਹ ਦਿਨ ਯਾਦ ਨੇ ਜਦੋਂ ਮੈਂ ਕਲਾਸ ਦੇ ਵਿੱਚ, ਇੱਕੋ ਕਲਾਸ ਵਿੱਚ ਬਹਿੰਦੇ ਸੀ, ਪਰ ਪੜ੍ਹਾਈ ਦੇ ਵਿੱਚ ਤੂੰ ਮੈਥੋਂ ਅੱਗੇ ਸੀ ਤੇ ਮੈਂ ਤੈਥੋਂ ਪੁੱਛ ਪੁੱਛ ਕੇ ਪੜ੍ਹਦਾ ਰਿਹਾ। ਮੇਰੇ ਯਾਦ ਨੇ ਉਹ ਦਿਨ, ਯਾਦ ਨੇ ਮੇਰੇ। ਫਿਰ ਕੀ ਕੀਤਾ ਭਗਵਾਨ ਕ੍ਰਿਸ਼ਨ ਜੀਆਂ ਨੇ? ਉਹਨਾਂ ਦਾ ਚਰਨਾਰ ਅੰਮ੍ਰਿਤ ਪੀਤਾ। ਚਰਨਾਰ ਅੰਮ੍ਰਿਤ ਜਿਹੜਾ ਸੀਗਾ, ਇਹ ਪੁਰਾਤਨ ਸਮੇਂ ਤੋਂ ਲੈ ਕੇ ਮਰਿਆਦਾ ਚੱਲੀ ਆਉਂਦੀ ਸੀ। ਚਰਨਾਂ ਦਾ ਅੰਮ੍ਰਿਤ, ਚਰਨ ਧੋ ਕੇ ਉਸ ਜਲ ਨੂੰ ਛਕ ਲੈਣਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਇਹ ਪ੍ਰਥਾ ਚੱਲੀ। ਪਰ ਇਹਦੇ ਵਿੱਚ ਸੀ ਜਿਹੜਾ ਝਰਨਾ ਫੁੱਟਿਆ ਸੀ, ਉਹ ਝਰਨੇ ਨੂੰ ਦੁਨੀਆ ਨੇ ਗੰਧਲੇ ਕਰ ਦਿੱਤਾ। ਹੌਲੀ ਹੌਲੀ ਇਹ ਝਰਨਾ ਸੀ ਜਿਹੜਾ ਹਰੇਕ ਹੀ ਚਰਨਾਰ ਅੰਮ੍ਰਿਤ ਦੇ ਦਿਆ ਕਰੇ, ਹਰੇਕ ਹੀ ਚਰਨਾਰ ਅੰਮ੍ਰਿਤ ਦੇ ਦਿਆ ਕਰੇ। ਫਿਰ ਇੱਕ ਜਾਣੇ ਤੋਂ ਇਹ ਚੀਜ਼ ਖੋਹ ਕੇ 5 ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅੰਮ੍ਰਿਤ ਦੇ ਰੂਪ ਦੇ ਵਿੱਚ ਇਹ ਚੀਜ਼ ਬਖਸ਼ਿਸ਼ ਕੀਤੀ ਸੀ। ਤੇ ਚਰਨਾਰ ਅੰਮ੍ਰਿਤ ਪੀਤਾ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਕਹਿੰਦੇ ਸੋਨੇ ਦੀ ਥਾਲੀ ਦੇ ਵਿੱਚ ਦਸਤਾਰ ਲੈ ਕੇ ਆਓ। ਅਰਬੀ ਭਾਸ਼ਾ ਦਾ ਸ਼ਬਦ ਹੈ ਦਸਤਾਰ। ਦਸਤਾਰ ਲੈ ਕੇ ਆਓ। ਸੋਨੇ ਦੇ ਥਾਲੀ ਦੇ ਵਿੱਚ ਦਸਤਾਰ ਲੈ ਕੇ ਆਂਦੀ ਤੇ ਉਹ ਦਸਤਾਰ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੇ ਸਿਰ ਤੇ ਸਜਾਈ ਹੈ। ਫਟੇ ਪੁਰਾਣੇ ਕੱਪੜੇ, ਪੈਰ ਵਿੱਚ ਜੁੱਤੀ ਨਹੀਂ ਹੈ ਤੇ ਭਗਵਾਨ ਕ੍ਰਿਸ਼ਨ ਜੀਆਂ ਨੇ ਕੁਛ ਵੀ ਨਹੀਂ ਦੇਖਿਆ, ਪਹਿਲਾਂ ਦਸਤਾਰ ਸਜਾਈ। ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇਹ ਦਸਤਾਰ ਸਿੰਘਾਂ ਨੂੰ ਬਖਸ਼ਿਸ਼ ਕੀਤੀ ਹੈ। ਕਾਰਨ ਕਿ ਜਿਹੜਾ ਤੁਸੀਂ ਸਿਮਰਨ ਬੰਦਗੀ ਕਰਦੇ ਹੋ, ਇਹ ਕੇਸਾਂ ਦੇ ਵਿੱਚ ਸਿਰਮੌਰ ਤੇ ਇਹ ਕੇਸਾਂ ਨੂੰ ਵੀ ਢੱਕਣ ਵਾਸਤੇ ਦਸਤਾਰ ਦਿੱਤੀ ਹੈ ਤਾਂ ਕਿ ਤੁਹਾਡਾ ਸਿਮਰਨ ਬੰਦਗੀ ਕੀਤੀ ਹੋਈ ਤੁਹਾਡੇ ਕੋਲ ਹੀ ਰਵੇ, ਕੋਲ ਰਵੇ। ਤੇ ਜਿਨ੍ਹਾਂ ਦੇ ਕੋਲ ਇਹ ਕੇਸ ਨਹੀਂ, ਇਹ ਦਸਤਾਰ ਨਹੀਂ ਹੈ, ਤਾਂ ਸਮਝ ਲੈਣਾ ਕਿ ਇਹ ਬਾਹਰੋਂ ਵੀ ਖਾਲੀ ਨੇ, ਅੰਦਰੋਂ ਵੀ ਖਾਲੀ ਨੇ। ਦਸਤਾਰ ਸਜਾਈ। ਉਸ ਤੋਂ ਬਾਅਦ ਭਗਵਾਨ ਕ੍ਰਿਸ਼ਨ ਜੀਆਂ ਨੇ ਉਹਨਾਂ ਨੂੰ ਇਸ਼ਨਾਨ ਪਾਣ ਕਰਾਇਆ। 4 ਦਿਨ ਸੁਦਾਮਾ ਭਗਵਾਨ ਕ੍ਰਿਸ਼ਨ ਕੋਲ ਰਿਹਾ। 4 ਦਿਨ। ਹੁਣ ਭਗਵਾਨ ਕ੍ਰਿਸ਼ਨ ਜੀ ਮਿੱਤਰ ਸਨ ਉਸਦੇ, ਤੇ ਜਦੋਂ ਵੀ ਭਗਵਾਨ ਕ੍ਰਿਸ਼ਨ ਭੋਜਨ ਪਾਣੀ ਜੋ ਵੀ ਆਪ ਛਕਦੇ, ਸੁਦਾਮੇ ਨੂੰ ਨਾਲ ਬਿਠਾ ਕੇ ਆਪ ਉਹਨੂੰ ਛਕਾਉਂਦੇ, ਨਾਲੇ ਫਿਰ ਆਪ ਛਕਦੇ। ਮਿੱਤਰਤਾ। ਤੇ ਸੁਦਾਮਾ ਜਦੋਂ ਭੋਜਨ ਛਕਿਆ ਕਰੇ, ਹੁਣ ਉੱਥੇ ਦਵਾਰਕਾ ਨਗਰੀ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਭੋਜਨ, ਤੇ ਜਦੋਂ ਉਹ ਭੋਜਨ ਦੇ ਬੁਰਕੀ ਆਪਣੇ ਮੂੰਹ ਵਿੱਚ ਪਾਇਆ ਕਰੇ ਤੇ ਬੱਚਿਆਂ ਦੀ ਯਾਦ ਆ ਜਾ ਕਰੇ ਮਨਾ, ਬੱਚੇ ਤੇ ਘਰ ਵਿੱਚ ਭੁੱਖੇ ਮਰਦੇ ਨੇ, ਤੂੰ 36 ਪ੍ਰਕਾਰ ਦੇ ਭੋਜਨ ਛਕ ਰਿਹਾ ਆਪਣੇ ਮਿੱਤਰ ਦੇ ਕੋਲ ਬੈਠਾ, ਪਰ ਜ਼ਬਾਨ ਦੇ ਵਿੱਚੋਂ ਸ਼ਬਦ ਨਹੀਂ ਨਿਕਲਿਆ
कि मैं भगवान कृष्ण तो कुछ मंग लवां। क्यों नहीं निकलिया कि जे मैं कुछ मंग लिया तो मित्रता खत्म हो जूगी, मैं मंगता बन जूँगा, ये देण वाले दाता बन जाणगे। एक बहुत वड्डा शब्द है कि जे मैं मंगिया मैं मंगता बन जूँगा, ते जे इन्हां ने दिता ये देण वाले दाते बन जाणगे। ते अज मनुख दीआं मंगां हर एक जगह ते मौजूद खड़ियां ने। अज ते विआहां शादियां दे विच भी ये बच्चों के विआह शादियां थोड़ो हुंदे ने, सौदे हुंदे ने। कहना पैंदा समाज दे ये रौ रीत रिवाज कित्थों तक पहुँच गए ने, सौदे हुंदे ने। तेरे कोल किन्ना कुछ है, ते फिर अगाहां वाले पुछदे ने कि तुसी अपनी बच्ची नूं किन्ना कुछ देओगे। कमाल दी गल है, एक पासे मनुख मंगता बन जाता है ते दूजे पासे मंगता बन के अगाहां तो कुछ मंग रहा है, ते देण वाले दे ही जांदे ने। पर है सारा इक्को रौ रीत रिवाज ही है। जे कहिए ना भी एक मंगता नहीं है, मंगते सारे ने। जिन्हें अपना बेटा ब्याह है वो जिहड़ी लड़की नूं ब्याह के घर विच लिआउंदे ने, वो मंगते बन के उधरों मंग लैंदे ने। ते जद वो अपनी लड़की की शादी करते ने, वो अपनी लड़की की मंग अगाहां वालियां नूं दिंदे ने। कमाल की गल है कि जो गुरु अमरदास साहिब जी महाराज जियां ने अपनी बच्ची की झोली दे विच पा के तोरिया, अज सिख जगत दे अंदर कोई भी ऐसा शब्द अपनियां बच्चियां नूं नहीं दे रहा जिहड़ा आपां पहले दिन ही सरवण कीता सी। भला शब्द, भुला शब्द, ये शब्द कोई नहीं दे रहा। जिहड़े देने सी वो नहीं दिते जा रहे, जो नहीं देने सी वो दिते जा रहे ने। तो कमाल की गल है, जे गुरु की कोई भी चीज़, गुरु की कोई भी गल साडे घरे ना होवेगी ते गुरु सानू दातां किवें देणगे। तां ही ते दुनिया जांदी है। एक दर तो बच्चे की दात मंगी है, नहीं मिली, दूजे दर ते चले गए। सारी दुनिया फिरदी है भटकदी। तो जे मंगना है तो अपने गुरु तो मंगो, जद इन्ना कुछ अपने घर दे विच। मनुख उही किसी दे घर भोजन पानी छकदा चंगा लगदा जिहदे अपने घरे रोटी ना पकदी होवे। जिहदे अपने घरे सारा कुछ है गया, मनुख चंगा नहीं लगदा किसी दे घरे जांदा। अपने घर दे विच सब कुछ है। जे मैं मंगिया ते मैं मंगता बन जूँ ते भगवान कृष्ण देण वाले दाते बन जाणगे, ते साडी जिहड़ी मित्रता वाला शब्द है ये विचों खत्म हो जाऊगा। जे मैं मंगिया मैं मंगता, जे इन्हां ने दिता ये दाते, ते जिहड़ा विचारे मित्रता वाला शब्द है ये खत्म हो जाऊगा। एक बहुत वड्डी गल है जिहड़ी साडे नोट करन वाली है। हर एक मनुख नूं ये गल नोट कर लेनी चाहिदी है। ते 4 दिन रहे, 4 दिनां विच कुछ भी भगवान कृष्ण तो सुदामा मंग नहीं सके। बच्चों की याद आवे, पत्नी की याद आवे, पर कुछ भी मंग ना सकिया। चौथा दिन आया, सुदामा कहन लग्या मैं बच्चों कोल जाना। कहंदे ठीक है। मान सत्कार दे नाल जिमें सुदामा आया सी, भगवान कृष्ण ने कुछ भी दित्तियां बिना सुदामे नूं घरों वापस तोड़ दिता। वस्त्र दे दिते, सेवा पानी उसदी कीती, चलिया गया। घर दे विच जदों सुदामा गया ते उन्हें दूरों देखिया कि इतना वड्डा घर मकान किसदा पै गया। इत्थे ते मेरे बच्चे रहिंदे सन। घर दे मकान दे कोल गया, करोड़ां तरह दे पदार्थ पे ने, करोड़ां तरह दे पदार्थ पे ने। देख के हैरान रह गया। जद पत्नी सामने आई, बच्चे सामने आए, पुछन लग्या, कहंदे ए की इन्ना कुछ मैं ते कि भगवान कृष्ण तो कुछ भी नहीं मंगिया,
ਇਹ ਇੰਨਾ ਕੁਛ ਆਪਣੇ ਘਰੇ ਕੌਣ ਰੱਖ ਗਿਆ। ਸੁਦਾਮੇ ਦੇ ਘਰ ਵਾਲੇ ਕਹਿਣ ਲੱਗੇ, ਐ ਮੇਰੇ ਪਤੀ ਪਰਮੇਸ਼ਵਰ, ਜਿਸ ਦਿਨ ਤੁਸੀਂ ਆਪਣੇ ਘਰ ਦੇ ਵਿੱਚੋਂ ਗਏ ਸੀ, ਗੱਡਿਆਂ ਦੇ ਗੱਡੇ ਭਰ ਕੇ ਪਦਾਰਥਾਂ ਦੇ ਆਪਣੇ ਘਰਾਂ ਵਿੱਚ ਆ ਗਏ, ਐਡਾ ਵੱਡਾ ਮਹਿਲ ਪਾ ਗਏ ਤੇ ਨਾਲੇ ਇੰਨੇ ਵੱਡੇ ਪਦਾਰਥ ਧਰ ਗਿਆ, ਪਰ ਪਤਾ ਹਜੇ ਤੱਕ ਕੋਈ ਨਹੀਂ ਕਿ ਇਹ ਪਦਾਰਥ ਦੇ ਕੌਣ ਗਿਆ, ਦੇ ਕੌਣ ਗਿਆ। ਭਗਵਾਨ ਕ੍ਰਿਸ਼ਨ ਨੂੰ ਪਤਾ ਸੀ ਤੇ ਜਿਸ ਦਿਨ ਸੁਦਾਮਾ ਗਿਆ ਸੀ ਉਸੇ ਦਿਨ ਹੀ ਸਾਰਾ ਸਾਜੋ ਸਮਾਨ, ਸਾਰੇ ਦੇ ਸਾਰੇ ਪਦਾਰਥ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੇ ਘਰੇ ਭੇਜਤੇ ਸੀ, ਤਾਂ ਕਿ ਸੁਦਾਮੇ ਨੂੰ ਮੰਗਣਾ ਨਾ ਪਵੇ, ਜੋ ਇਹਨੇ ਮੰਗਿਆ ਸਾਨੂੰ ਉਹ ਦੇਣਾ ਨਾ ਪਵੇ, ਵਰਨਾ ਸਾਡੀ ਮਿੱਤਰਤਾ ਵਾਲਾ ਸ਼ਬਦ ਜਿਹੜਾ ਹੈ ਉਹ ਖਤਮ ਹੋ ਜਾਊਗਾ। ਕਮਾਲ ਦੀ ਗੱਲ ਹੈ ਕਿ ਸੁਦਾਮੇ ਨੂੰ ਇਤਨਾ ਵੱਡਾ ਗਿਆਨ ਹੈ ਕਿ ਮੰਗਣਾ ਨਹੀਂ। ਭਗਵਾਨ ਕ੍ਰਿਸ਼ਨ ਨੂੰ ਇਤਨਾ ਵੱਡਾ ਗਿਆਨ ਹੈ ਕਿ ਇਹਨੂੰ ਮੰਗਣ ਦੀ ਨੌਬਤ ਨਹੀਂ ਆਉਣ ਦੇਣੀ। ਇਹਨੂੰ ਕਹਿੰਦੇ ਨੇ ਆਪਸੀ ਅੰਦਰੂਨੀ ਸਾਂਝ। ਬਾਹਰੀ ਸਾਂਝਾਂ ਦਾ ਕੀ ਹੈ ਤੇ ਸਾਰੀ ਦੁਨੀਆ ਇੱਕ ਦੂਜੇ ਨਾਲ ਪਾਈ ਫਿਰਦੀ ਹੈ, ਪਰ ਇਹ ਜਿਹੜੀਆਂ ਵਾਰੀ ਸਾਂਝਾਂ ਨੇ ਨਾ, ਇਹ ਬਹੁਤ ਜਲਦੀ ਟੁੱਟ ਜਾਂਦੀਆਂ ਨੇ, ਬਹੁਤ ਜਲਦੀ ਇਹ ਟੁੱਟ ਜਾਂਦੀਆਂ ਨੇ। ਪਤਾ ਕਿਵੇਂ ਟੁੱਟਦੀਆਂ ਨੇ? ਬਾਹਰੀ ਸਾਂਝ ਪਾਈ ਹੈ, ਤੁਸੀਂ ਕਿਸੇ ਦੀ ਇੱਕ ਗੱਲ ਮੰਨ ਲਓ ਸਾਂਝ ਪੈ ਜਾਵੇਗੀ, 100 ਗੱਲ ਮੰਨ ਲਓ ਫਿਰ ਵੀ ਸਾਂਝ ਪੈ ਜੂ, ਗੂੜੀ ਹੋ ਜੂ ਸਾਂਝ। ਜੇ ਤੁਸੀਂ ਕਿਸੇ ਦੀ 1000 ਗੱਲ ਮੰਨ ਲਓਗੇ, ਉਹ ਇੱਕ ਗੱਲ ਤੁਹਾਨੂੰ ਜ਼ਰੂਰ ਕਹੂਗਾ ਕਿ ਇਤਨਾ ਮਾਣ ਸਤਿਕਾਰ ਤੇ ਮੈਨੂੰ ਮੇਰੇ ਮਾਂ ਪਿਓ ਨੇ ਵੀ ਨਹੀਂ ਦਿੱਤਾ ਸੀ ਜਿੰਨਾ ਤੂੰ ਦੇ ਰਿਹਾ। 1000 ਗੱਲ ਜਦੋਂ ਅਸੀਂ ਕਿਸੇ ਦੀ ਮੰਨ ਲਈਏ, ਪਰ ਜੇ ਅਸੀਂ 1000 ਗੱਲ ਮੰਨਣ ਤੋਂ ਬਾਅਦ ਇੱਕ ਗੱਲ ਆਪਣੀ ਰੱਖ ਦਈਏ ਉਸ ਦੇ ਅੱਗੇ, ਇੱਕ ਗੱਲ, ਸਿਰਫ ਇੱਕ, ਉਸੇ ਦਿਨ ਹੀ ਬਾਹਰੀ ਜਿਹੜੀ ਸਾਂਝ ਹੈ ਟੁੱਟ ਜਾਂਦੀ ਹੈ ਵੀ ਤੂੰ ਤੇ ਮੇਰੀ ਗੱਲ ਹੀ ਨਹੀਂ ਮੰਨਦਾ। ਮਨੁੱਖ ਦੁਨੀਆ ਦੇ ਵਿੱਚ ਉਨਾ ਟਾਈਮ ਹੀ ਸਿਆਣਾ ਅਖਵਾ ਸਕਦਾ ਹੈ ਜਿੰਨਾ ਚਿਰ ਇਹ ਦੂਜਿਆਂ ਦੀ ਗੱਲ ਮੰਨੀ ਜਾਵੇ। ਜੋ ਦੂਜਿਆਂ ਨੇ ਕਹਿ ਦਿੱਤਾ ਠੀਕ ਹੈ, ਜੋ ਦੂਜਿਆਂ ਨੇ ਕਹਿ ਦਿੱਤਾ ਠੀਕ ਹੈ। ਜਿਸ ਦਿਨ ਇਹਨੇ ਆਪਣੀ ਗੱਲ ਮੂਹਰੇ ਰੱਖ ਦਿੱਤੀ, ਉਦੋਂ ਸਾਰੇ ਕਹਿ ਦਿੰਦੇ ਨੇ ਵੀ ਤਾਂ ਪਾਗਲ ਹੈ ਤੇ ਕਿਸੇ ਦੀ ਗੱਲ ਮੰਨਦਾ ਹੀ ਨਹੀਂ, ਇਹ ਤੇ ਪਤਾ ਨਹੀਂ ਕਿਹੜੇ ਰਸਤੇ ਜਾਣਾ ਚਾਹੁੰਦਾ ਹੈ, ਪਤਾ ਨਹੀਂ ਕਿਹੜੇ ਰਸਤੇ ਜਾਣਾ ਚਾਹੁੰਦਾ ਹੈ। ਜਿਸ ਦਿਨ ਕਿਸੇ ਦੀ ਗੱਲ ਮੰਨ ਲਵੇ ਸਿਆਣਾ ਹੈ, ਜਿਸ ਦਿਨ ਆਪਣੀ ਗੱਲ ਮਨੁੱਖ ਅੱਗੇ ਰੱਖ ਦੇਵੇ ਪਾਗਲ ਹੈ। ਤੋ ਦੁਨੀਆ ਦੇ ਵਿੱਚ ਇਹ ਦੇਖ ਲੈਣਾ ਕਿ ਜਿਹੜੀਆਂ ਇਹ ਬਾਹਰੀ ਸਾਂਝਾਂ ਚੱਲਦੀਆਂ ਨੇ ਅਕਸਰ ਇਹ ਟੁੱਟ ਜਾਂਦੀਆਂ ਨੇ। ਅੰਦਰੂਨੀ ਸਾਂਝ ਸੁਦਾਮੇ ਦੀ ਕ੍ਰਿਸ਼ਨ ਦੇ ਨਾਲ, ਅੰਦਰੂਨੀ ਸਾਂਝ ਕ੍ਰਿਸ਼ਨ ਦੀ ਸੁਦਾਮੇ ਦੇ ਨਾਲ ਨਹੀਂ ਟੁੱਟੀ। ਭਗਵਾਨ ਕ੍ਰਿਸ਼ਨ ਜੀਆਂ ਨੇ ਦੇ ਵੀ ਸਾਰਾ ਕੁਝ ਦਿੱਤਾ, ਪਰ ਸੁਦਾਮੇ ਨੂੰ ਮੰਗਣ ਵੀ ਨਹੀਂ ਦਿੱਤਾ। ਇਹਨੂੰ ਕਹਿੰਦੇ ਨੇ ਅੰਦਰੂਨੀ ਸਾਂਝ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਮਨੁੱਖ ਕਿਤਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਪਰ ਆਪਣਿਆਂ ਦੇ ਨਾਲ, ਹਰ ਇੱਕ ਦੇ ਨਾਲ ਮਨੁੱਖ ਨੂੰ ਜਿਹੜੀ ਹੈ ਸਾਂਝ ਪਾ ਕੇ ਰੱਖਣੀ ਚਾਹੀਦੀ ਹੈ। ਪਰਉਪਕਾਰੀ ਮਨੁੱਖ ਦਾ ਇਹ ਜਿਹੜਾ ਹੈ ਉਹ ਜੀਵਨ ਹੈ, ਬੜੇ ਸੁਚੱਜੇ ਢੰਗ ਦੇ ਨਾਲ ਮਨੁੱਖ ਆਪਣੇ ਜੀਵਨ ਨੂੰ ਜਿਉ ਸਕਦਾ ਹੈ। ਇਹੋ ਜਿਹੀਆਂ ਸਾਂਝਾਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ, ਇਹਨਾਂ ਨੂੰ ਰੂਹ ਦੀਆਂ ਸਾਂਝਾਂ ਕਹਿੰਦੇ ਨੇ, ਰੂਹਾਨੀਅਤ ਸਾਂਝ ਇਹਨਾਂ ਨੂੰ ਕਹਿੰਦੇ ਨੇ, ਰੂਹ ਦੀ ਸਾਂਝ। ਬਾਹਰੋਂ ਤਾਂ ਸਾਂਝ ਸਾਰੇ ਪਾ ਲੈਂਦੇ ਨੇ, ਸਤਿ ਸ੍ਰੀ ਅਕਾਲ ਦੀ ਸਾਂਝ ਸਾਰਿਆਂ ਦੀ ਪੈ ਜਾਂਦੀ ਹੈ, ਪਰ ਇਹ ਸਾਂਝ ਚੱਲਦੀ ਕਦੋਂ ਕੁ ਤੱਕ ਹੈ? ਬਹੁਤਾ ਟਾਈਮ ਨਹੀਂ ਚੱਲਦੀ, ਥੋੜ੍ਹੇ ਟਾਈਮ ਦੇ ਵਿੱਚ ਹੀ ਟੁੱਟ ਜਾਂਦੀ ਹੈ। ਉਹ ਸਾਂਝਾਂ ਚੱਲਦੀਆਂ ਨੇ। ਤਾਂ ਸੁਦਾਮਾ ਜੀ ਕਹਿਣ ਲੱਗੇ ਆਪਣੇ ਘਰ ਦੇ ਵਿੱਚ ਬੈਠੇ, ਐ ਮੇਰੇ ਭਗਵਾਨ ਕ੍ਰਿਸ਼ਨ, ਐ ਮੇਰੇ ਮਿੱਤਰ, ਅੱਜ ਪਤਾ ਲੱਗਿਆ ਕਿ ਮਿੱਤਰਤਾ ਕੀ ਹੁੰਦੀ ਹੈ। ਤੂੰ ਮੈਨੂੰ ਮੰਗਣ ਵੀ ਨਹੀਂ ਦਿੱਤਾ ਤੇ ਮੇਰੇ ਘਰ ਦੇ ਵਿੱਚ ਭੇਜ ਵੀ ਸਾਰਾ ਕੁਝ ਦਿੱਤਾ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਮਹਾਨ ਕਿਰਪਾ ਕਰਦੇ ਨੇ। ਜਿਨ੍ਹਾਂ ਪ੍ਰਾਣੀਆਂ 'ਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਉਹ ਗੁਰੂ ਦੇ ਸ਼ਬਦ ਦੇ ਲੜ ਲੱਗ ਕੇ ਆਪਣਾ ਜਿਹੜਾ ਜਨਮ ਹੈ ਉਹਨੂੰ ਸਫਲਾ ਕਰਨ ਦੇ ਯਤਨ ਕਰਦੇ ਨੇ, ਤੇ ਅੰਦਰੋਂ ਗੁਰੂ ਦੇ ਨਾਲ ਉਹਨਾਂ ਦੀ ਸਾਂਝ ਪੈ ਜਾਂਦੀ ਹੈ। ਜਿੰਨਾ ਟਾਈਮ ਅੰਦਰੋਂ ਸਾਂਝ ਨਹੀਂ ਪੈਂਦੀ, ਉਹਨਾਂ ਟਾਈਮ ਮਨੁੱਖਤਾ ਦੇ ਜੀਵਨ ਦਾ ਭਲਾ ਨਹੀਂ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ।
ਸਮਾਪਤੀ ਦਾ ਟਾਈਮ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।